ਭ੍ਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ, ਕਰਤੇ ਆਪ ਖੁਆਇਆ। ਗੁਰਮੁਖ ਵਿਰਲੇ ਸੋਜੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰਿ ਸਾਧ ਆਇਆ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਬਿਨ ਸ਼ਬਦੈ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰਿ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਐ। ਤਿਸ ਰੂਪ ਨ ਰੇਖ ਅਦ੍ਰਿਸ਼ਟ, ਕਹੋ ਜਨ ਕਿਉ ਧਿਆਈਐ। ਨਿਰੰਕਾਰ ਨਿਰੰਜਨ ਹਰਿ ਅਗਮ, ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ, ਸੋ ਹਰਿ ਮਾਰਗ ਪਾਈਐ। ਗੁਰਪੂਰੈ ਵੇਖਾਲਿਆ, ਗੁਰ ਸੇਵਾ ਪਾਈਐ। ਗੁਰਪੂਰੈ ਵੇਖਾਲਿਆ, ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜਾਗਤ ਜੋਤ ਸ਼ਬਦਾ ਅਵਤਾਰ ਦਸੋਂ ਹੀ ਪਾਤਸ਼ਾਹ ਜੀ ਕੇ ਆਤਮਿਕ ਸਰੂਪ, ਗੁਰਤਾ ਗੱਦੀ ਦੇ ਤਖਤ ਤੇ ਸੁਭਾਇਮਾਨ, ਜਬਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਪਤਿਤ ਪਾਵਨ ਗਰੀਬ ਨਵਾਜ, दया के सागर, ज्ञान के भंडारे, बेअंत अथाह अगोचर, जितने भी शब्द ला लिए सारे ही थोड़े हन। सतगुरु अपनी महिमा दे, इतनी बड़ी महिमा दे सतगुरु पातशाह जी मालिक हन। गुर जैसा नाहीं को देव, जिस मस्तक भाग सो लागा सेव। धन धन सतगुरु साहिब श्री गुरु ग्रंथ साहिब महाराज पातशाह। नाम स्वरूप कल्याण स्वरूप मुक्ति के दाता सतगुरु दे पावन सजे हुए दरबार दे अंदर गुरु गोद दा निगा आनंद मार रहे अत परमान अंत परमान सन्मानत जो गुरु स्वरूप गुरु खालसा साध संगत जी, कलगीधर पातशाह जी की बख्शिश की हुई गुर फतेह, जिस फतेह के अंदर वाहिगुरु का सिमरन है, याद है। करो कृपा कोई रसना बांझी न रहे, आखो जी वाहिगुरु जी का खालसा, वाहिगुरु जी की फतेह। सतगुरु ने महान कृपा की है कि अपने पावन दरबार दे अंदर तखत ते सुभायमान होकर के आपां सारे ही कलयुगी जीवां नूं दर्शन दे के निहाल कीता है। दर्शन देख जीवा गुर तेरा, पूर्ण कर्म होए प्रभ मेरा। ਜਦੋਂ ਜੀਵ ਦਾ ਕੋਈ ਪੂਰਬਲਾ ਕਰਮ ਜਾਗਦਾ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਵੈਰਾਗੀ। ਜਿੰਨੀ ਦੇਰ ਤੱਕ ਕਰਮ ਨਹੀਂ ਜਾਗਦਾ, ਹਜ਼ੂਰ ਦਾ ਬਚਨ ਹੈ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ। ਉਨੀ ਦੇਰ ਤੱਕ ਸਾਧ ਸੰਗਤ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ।
ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਇਹ ਜੀਵਨ ਅਧੂਰਾ ਹੈ। ਇਹ ਜੀਵਨ ਕਿਸੇ ਵੀ ਅਰਥ ਨਹੀਂ ਹੈ, ਕਿਸੇ ਵੀ ਕੰਮ ਨਹੀਂ ਹੈ। ਗੁਰੂ ਹੀ ਇੱਕ ਉਹ ਸ਼ਕਤੀ ਹੈ ਜੋ ਇਸ ਜੀਵਨ ਦਾ, ਕਿਉਂਕਿ ਇਹ ਜੀਵਨ ਬੜਾ ਅਮੋਲਕ ਹੈ। ਅਮੋਲਕ ਤਾਂ ਹੈ, ਪਰ ਸਫਲਾ ਇਹ ਤਾਂ ਹੈ ਜੇ ਇਹ ਜੀਵਨ ਗੁਰੂ ਨਾਲ ਜੁੜ ਗਿਆ। ਅਮੋਲਕ ਔਰ ਸਫਲੇ ਦੇ ਵਿੱਚ ਬੜਾ ਫਰਕ ਹੋਇਆ ਕਰਦਾ ਹੈ। ਸਫਲਾ ਹੈ ਗੁਰੂ ਨਾਲ ਜੁੜ ਕੇ, ਅਮੋਲਕ ਬਹੁਤ ਹੈ, ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਖਸ਼ਿਆ। 84 ਲੱਖ ਜੂਨ ਉਪਾਈ ਮਾਨ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ ਆਓ, ਜੋ ਹਰ ਰੋਜ਼ ਨਿਤ ਦੀ ਤਰ੍ਹਾਂ ਸ਼੍ਰੀ ਮੁਖਵਾਕ ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਪਾਵਨ ਵਚਨ ਗੁਰੂ ਨਾਨਕ ਮਹਾਰਾਜ ਦੇ ਤੀਸਰੇ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਕਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਤੇ ਸਤਿਗੁਰੂ ਪਾਤਸ਼ਾਹ ਐਸੇ ਮਹਾਨ ਬਖਸ਼ਿਸ਼ਾਂ ਦੇ ਪਾਤਰ ਬਣਾਉਣ ਵਾਲੇ ਆਪਣੇ ਪਿਆਰਿਆਂ ਨੂੰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਔਰ ਇਹ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਤੋਂ ਜਿਹੜਾ ਇਸ ਜੀਵ ਦਾ ਵਿਛੋੜਾ ਹੈ, ਇਸ ਵਿਛੋੜੇ ਦਾ ਮੂਲ ਕਾਰਨ ਸਾਧ ਸੰਗਤ ਜੀ ਮਾਇਆ ਹੈ। ਮਾਇਆ ਦੇ ਕਾਰਨ ਹੀ ਇਹ ਜੀਵ ਇਸ 84 ਦੇ ਗੇੜ ਦੇ ਵਿੱਚ ਭਰਮਣ ਕਰ ਰਿਹਾ ਹੈ। ਕਿਵੇਂ ਇਸ ਮਾਇਆ ਨੇ ਇਸ ਜੀਵਾਤਮਾ ਨੂੰ ਉਸ ਵਾਹਿਗੁਰੂ ਤੋਂ ਵਿਛੋੜਿਆ ਹੋਇਆ ਹੈ ਤੇ ਇਸ 84 ਦੇ ਚੱਕਰ ਦੇ ਵਿੱਚ ਇਸ ਜੀਵ ਨੂੰ ਪਾਇਆ ਹੈ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਗੁਰ ਸ਼ਬਦ ਰਾਹੀਂ ਇਉਂ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਸ਼ਲੋਕਾਂ ਦੇ ਵਿੱਚ ਸਾਧ ਸੰਗਤ ਜੀ ਇਹ ਸ਼ਬਦ ਦਾ ਉਚਾਰਨ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਕਿ ਹੇ ਜਗਿਆਸੂ ਜਨੋ, ਮਾਇਆ ਇੱਕ ਐਸੀ ਸ਼ਕਤੀ ਹੈ, ਸੰਸਾਰ ਦੀ ਹਰ ਵਸਤੂ ਜਦੋਂ ਵੀ ਮਨੁੱਖ ਆਪਣੇ ਮੁਖ ਵਿੱਚ ਪਾਉਂਦਾ ਹੈ, ਉਹਨੂੰ ਦੰਦਾਂ ਨਾਲ ਚਬਾਇਆ ਜਾਂਦਾ ਹੈ। ਉਸ ਪਦਾਰਥ ਨੂੰ ਛਕਣ ਦੇ ਵਿੱਚ ਪੇਟ ਤੱਕ ਪਹੁੰਚਾਉਣ ਲਈ ਦੰਦਾਂ ਦੀ ਬਹੁਤ ਵੱਡੀ ਪ੍ਰਕਿਰਿਆ ਹੈ। ਪਰ ਜਿਹੜੀ ਮਾਇਆ ਹੈ, ਇਹ ਮਾਇਆ ਖਾ ਤਾਂ ਸੰਸਾਰ ਦੇ ਹਰ ਜੀਵ ਨੂੰ ਰਹੀ ਹੈ, ਪਰ ਬਿਨਾਂ ਦੰਦਾਂ ਤੋਂ ਖਾ ਰਹੀ ਹੈ। ਔਰ ਇਹ ਖਾ ਕਿਵੇਂ ਰਹੀ ਹੈ? ਮਾਇਆ ਮਮਤਾ ਮੋਹਣੀ। ਮਾਇਆ ਜੋ ਹੈ ਇਹ ਮਮਤਾ ਰੂਪ ਹੋ ਕਰਕੇ ਮੋਹਣੀ, ਜਿਹਨੇ ਹਰ ਇੱਕ ਜੀਵ ਨੂੰ ਮੋਹਿਆ ਹੋਇਆ ਹੈ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀਤ ਤੇ ਤੇ ਡਹਕਾਈ। ਇਹ ਐਸੀ ਮੋਹਣੀ ਹੈ, ਜਿਤਨੇ ਵੀ ਜੀਵ ਨੇ ਇਹਨੇ ਸਾਰੇ ਹੀ, ਸਾਰਿਆਂ ਦੇ ਉੱਤੇ ਹੀ ਇਹਦਾ ਪ੍ਰਭਾਵ ਹੈ। ਜਿਨ ਬਿਨ ਦੰਤਾਂ ਜਗ ਖਾਇਆ, ਜਿਹਨੇ ਬਿਨਾਂ ਦੰਦਾਂ ਤੋਂ ਹੀ ਸੰਸਾਰ ਨੂੰ ਖਾ ਲਿਆ। ਬਿਨਾਂ ਦੰਦਾਂ ਤੋਂ ਅਸਲ ਦੇ ਵਿੱਚ ਇਹਦੇ ਦੋ ਰੂਪ ਨੇ ਮਮਤਾ ਦੇ, ਮਾਇਆ ਦੇ। ਇੱਕ ਮਮਤਾ ਦਾ, ਇੱਕ ਹੰਗਤਾ ਦਾ। ਕਿਸੇ ਸਰੀਰ ਦੇ ਉੱਤੇ ਤਾਂ ਇਹ ਮਮਤਾ ਰੂਪ ਹੋ ਕਰਕੇ ਭਾਰੂ ਹੈ,
ਔਰ ਕਿਸੇ ਸਰੀਰ ਦੇ ਉੱਤੇ ਇਹ ਸਾਧ ਸੰਗਤ ਜੀ ਹੰਗਤਾ ਰੂਪ ਹੋ ਕਰਕੇ ਭਾਰੂ ਹੈ। ਜਿਹਦੇ 'ਚ ਮਮਤਾ ਨਹੀਂ ਉਹਦੇ ਵਿੱਚ ਹੰਗਤਾ ਹੈ, ਜਿਹਦੇ ਵਿੱਚ ਹੰਗਤਾ ਨਹੀਂ ਉਹਦੇ ਵਿੱਚ ਮਮਤਾ ਹੈ। ਇਹੀ ਅਸਲ ਵਿੱਚ ਇਹਦੇ ਦੰਦ ਨੇ ਜਿਨ੍ਹਾਂ ਦੇ ਨਾਲ ਇਹ ਮਨੁੱਖ ਨੂੰ ਖਾ ਰਹੀ ਹੈ। ਔਰ ਇਹ ਸੂਖਮ ਇਤਨੇ ਨੇ, ਇਸ ਕਰਕੇ ਮਨੁੱਖ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਇਹ ਮੈਨੂੰ ਖਾ ਰਹੀ ਹੈ। ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਮਾਇਆ ਕਿਸ ਨੂੰ ਕਿਹਾ ਜਾਂਦਾ ਹੈ? ਮਾਇਆ ਹੈ ਕੀ? ਬਹੁਤ ਸੁੰਦਰ ਬਚਨ ਕਿਸੇ ਕਵੀ ਸਾਹਿਬ ਨੇ ਲਿਖਿਆ ਹੈ। ਉਹ ਕਹਿੰਦੇ, ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ। ਜਿਹੜੀ ਨਾ ਹੋਣ ਵਾਲੀ ਗੱਲ ਹੋਵੇ ਉਹਨੂੰ ਹੋਣ ਵਾਲੀ ਮਹਿਸੂਸ ਕਰਾ ਦੇਵੇ। ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਤਾਕਾ ਲੋਪ ਕਰਾਏ ਜਿਹ ਮਾਇਆ ਕਾ ਰੂਪ, ਸਾਚ ਕੋ ਝੂਠ ਦਿਖਾਏ ਝੂਠ ਕੋ ਸਾਚ ਸਰੂਪ। ਇਹ ਸੱਚ ਨੂੰ ਝੂਠ ਦਿਖਾ ਦਿੰਦੀ ਹੈ ਔਰ ਝੂਠ ਨੂੰ ਸੱਚ ਸਾਬਤ ਕਰ ਦਿੰਦੀ ਹੈ। ਜਿੱਥੇ ਇਹਦਾ ਬਹੁਤਾ ਪ੍ਰਭਾਵ ਪੈ ਜਾਵੇ, ਦੁਨੀਆ ਦੇ ਕਾਨੂੰਨਾਂ ਤੇ ਇਹ ਪ੍ਰਭਾਵ ਪਾ ਲੈਂਦੀ ਹੈ, ਦੁਨੀਆ ਦੀਆਂ ਸਰਕਾਰਾਂ ਤੇ ਇਹ ਪ੍ਰਭਾਵ ਪਾ ਲੈਂਦੀ ਹੈ। ਇੱਕ ਐਸੀ ਸ਼ਕਤੀ ਹੈ, ਮਹਾਨ ਵੱਡੀ ਸ਼ਕਤੀ ਹੈ ਪਰਮਾਤਮਾ ਤੋਂ ਬਾਅਦ ਸੰਸਾਰ ਦੇ ਵਿੱਚ। ਉਹਦਾ ਕਾਰਨ ਕੀ ਹੈ? ਕਿਉਂਕਿ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਸਭ ਤੋਂ ਪਹਿਲਾਂ ਪੈਦਾ ਹੀ ਵਾਹਿਗੁਰੂ ਨੇ ਮਾਇਆ ਕੀਤੀ ਸੀ। ਉਸ ਮਾਇਆ ਤੋਂ ਤਿੰਨ ਗੁਣ, ਰਾਜਗੁਣ, ਸਤਗੁਣ, ਤਮਗੁਣ ਕਹੀ ਹੈ। ਇਹ ਤੇਰੀ ਸਭ ਮਾਇਆ, ਇਹ ਤਿੰਨ ਗੁਣ ਪੈਦਾ ਕੀਤੇ। ਤਿੰਨਾਂ ਗੁਣਾਂ ਤੋਂ ਭਾਈ ਸਾਰਾ ਸੰਸਾਰ ਦੀ ਰਚਨਾ ਕੀਤੀ ਹੈ। ਇਸ ਕਰਕੇ ਇਹ ਮਾਇਆ ਐਸੀ ਹੈ ਜਿਹਨੇ ਹੰਗਤਾ ਅਤੇ ਮਮਤਾ ਰੂਪ ਹੋ ਕਰਕੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਬਿਨਾਂ ਦੰਦਾਂ ਤੋਂ ਹੀ ਸੰਸਾਰ ਨੂੰ ਖਾ ਲਿਆ ਹੈ। ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਭਾਈ ਜਿਨ੍ਹਾਂ ਦਾ ਤਾਂ ਮਨ ਜਿਹੜਾ ਹੈ ਸੱਚੇ ਨਾਮ ਦੇ ਵਿੱਚ ਲੱਗ ਗਿਆ, ਉਹ ਤਾਂ ਉਬਰੇ ਕੀ ਇਹ ਬਚ ਗਏ, ਉਹ ਤਾਂ ਪ੍ਰਗਟ ਹੋ ਗਏ। ਪ੍ਰਗਟ ਉਹ ਇਸ ਕਰਕੇ ਹੋ ਗਏ, ਬਚ ਉਹ ਇਸ ਕਰਕੇ ਗਏ ਇਸ ਮਾਇਆ ਤੋਂ, ਕਿਉਂਕਿ ਉਹਨਾਂ ਦਾ ਜਿਹੜਾ ਮਨ ਸੀ ਉਹ ਸੱਚੇ ਨਾਮ ਦੇ ਵਿੱਚ ਲੱਗ ਗਿਆ। ਨਾਮ ਇੱਕ ਐਸੀ ਸ਼ਕਤੀ ਹੈ ਪਰਮਾਤਮਾ ਵਾਹਿਗੁਰੂ ਦੀ ਕਿ ਜਿੱਥੇ ਜਾ ਕੇ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਨਾਮ ਤੋਂ ਬਿਨਾਂ ਇਹ ਮਾਇਆ ਦਾ ਪ੍ਰਭਾਵ ਨਹੀਂ ਖਤਮ ਹੁੰਦਾ, ਇਹ ਬਣਿਆ ਰਹਿੰਦਾ ਹੈ। ਪਰ ਜਿਨ੍ਹਾਂ ਦੇ ਕੋਲ ਨਾਮ ਨਹੀਂ, ਸਤਿਗੁਰੂ ਕਹਿੰਦੇ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ, ਕਿਉਂਕਿ ਉਹ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਨੇ। ਤੇ ਮਨਮੁਖਾਂ ਨੂੰ ਤਾਂ ਭਾਈ ਫਿਰ ਇਹ ਖਾ ਜਾਂਦੀ ਹੈ। ਮਨਮੁਖ ਖਾਦੇ ਗੁਰਮੁਖ ਉਬਰੇ। ਮਨਮੁਖਾਂ ਨੂੰ ਤਾਂ ਖਾ ਗਈ, ਪਰ ਗੁਰਮੁਖ ਇਸ ਤੋਂ ਬਚ ਗਏ। ਉਹ ਬਚੇ ਕਿਉਂ? ਜਿਨੀ ਸੱਚ ਨਾਮ ਚਿਤ ਲਾਇਆ। ਉਹਨਾਂ ਦਾ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦੇ ਵਿੱਚ ਜੁੜਿਆ ਹੋਇਆ ਸੀ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ। ਉਹਨਾਂ ਦੀ ਚਰਨਾਂ ਦੀ ਤਾਂ ਇਹ ਦਾਸੀ ਹੈ, ਉਹਨਾਂ ਦੇ ਤਾਂ ਇਹ ਪਿੱਛੇ ਲੱਗੀ ਫਿਰਦੀ ਹੈ। ਤੇ ਪਰ ਸੰਸਾਰ ਦੇ ਵਿੱਚ ਜਿਨ੍ਹਾਂ ਕੋਲ ਨਾਮ ਨਹੀਂ, ਉਹਨਾਂ ਨੂੰ ਇਹ ਆਪਣੇ ਪਿੱਛੇ ਲਾ ਕੇ ਫਿਰਦੀ ਹੈ। ਇਸ ਕਰਕੇ ਕਬੀਰ ਸਾਹਿਬ ਨੇ ਵੀ ਕਿਹਾ, ਕਬੀਰ ਇਹ ਤਨ ਜਾਏਗਾ ਸਕ ਹੋਤਾ ਲਿਹੋ ਬਹੋਰ, ਨਾਂਗੇ ਪਵ ਹੋਤੇ ਗਏ ਜਿਨ ਕੇ ਲਾਖ ਕਰੋੜ। ਇਸ ਕਰਕੇ ਇਸ ਮਾਇਆ ਦਾ ਐਸਾ ਪ੍ਰਭਾਵ ਹੈ। ਔਰ ਗੁਰਮੁਖ ਅਤੇ ਮਨਮੁਖ ਦੀ ਜਿਹੜੀ ਅਵਸਥਾ ਹੈ, ਸਤਿਗੁਰੂ ਗੁਰਬਾਣੀ ਵਿੱਚ ਬਾਖੂਬੀ ਵਿਖਿਆਨ ਕਰਦੇ ਨੇ। ਜਿਤਨੇ ਨਰਕ ਸੇ ਮਨਮੁਖ ਭੋਗ ਹੈ, ਗੁਰਮੁਖ ਲੇਪ ਨਾ ਮਾਸਾਂਗੇ। ਗੁਰਮੁਖ ਕੌਣ ਹੈ? ਜਿਹਦਾ ਮੁਖ ਭਾਈ ਗੁਰੂ ਵੱਲ ਹੈ। ਮਨਮੁਖ ਕੌਣ ਹੈ? ਜਿਹਦਾ ਮੁਖ ਹਮੇਸ਼ਾ ਆਪਣੇ ਮਨ ਵੱਲ ਹੈ। ਇਉਂ ਸਤਿਗੁਰੂ ਜੀ ਐਸੀ ਦਸ਼ਾ ਉਹਨਾਂ ਦੀ ਵਰਣਨ ਕਰ ਰਹੇ ਹਨ। ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖ ਨਦਰੀ ਆਇਆ, ਇਹਦੇ ਦੋ ਅਰਥ ਹਨ। ਇੱਕ ਤਾਂ ਭਾਈ ਜਿਹੜਾ ਪਰਮੇਸ਼ਰ ਹੈ ਉਹ ਗੁਰਮੁਖਾਂ ਦੀ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਦੂਸਰਾ ਅਰਥ ਹੈ ਕਿ ਗੁਰਮੁਖ ਹੀ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਆਉਂਦਾ ਹੈ।
ਇਹ ਤੇ ਬਾਕੀ ਜਿਹੜੇ ਮਨਮੁਖ ਨੇ, ਸਤਿਗੁਰੂ ਕਹਿੰਦੇ ਉਹ ਤਾਂ ਭਾਈ ਨਾਮ ਤੋਂ ਬਿਨਾਂ ਝੱਲੇ ਹੋ ਰਹੇ ਨੇ, ਬੌਲੇ ਹੋ ਰਹੇ ਨੇ। ਤੇ ਜਿਹੜਾ ਬੌਲਾ ਝੱਲਾ ਪਾਗਲ ਹੈ ਉਹ ਕੀ ਕਰਦਾ ਹੈ? ਉਹਨੂੰ ਬੋਲਣ ਦਾ ਨਹੀਂ ਪਤਾ, ਉਹਨੂੰ ਖੜਨ ਦਾ ਨਹੀਂ ਪਤਾ, ਉਹਨੂੰ ਤੁਰਨ ਦਾ ਨਹੀਂ ਪਤਾ। ਉਹਦੀ ਹਰ ਪ੍ਰਕਿਰਿਆ ਐਸੀ ਹੈ ਜਿਸ ਤੋਂ ਮਨੁੱਖ ਡਰਦਾ ਹੈ। ਇਹ ਪਾਗਲ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਭਾਈ ਇਸ ਜੀਵਨ ਦੀ ਵੀ ਐਸੀ ਦਸ਼ਾ ਹੈ। ਇਹ ਜੀਵਨ ਝੱਲਾ ਹੈ, ਬੌਲਾ ਹੈ। ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਸਾਰੀ ਉਮਰ ਧੰਦਾ ਕਰਦਿਆਂ ਇਹ ਜਿਹੜਾ ਜੀਵਨ ਸੀ ਨਿਫਲ, ਬਿਨਾਂ ਫਲ ਤੋਂ ਹੀ ਧੰਦੇ ਜਿਹੜੇ ਸੀ ਕਰਦਿਆਂ ਇਸ ਜਨਮ ਨੂੰ ਗਵਾ ਲਿਆ। ਸੁਖ ਦਾਤਾ ਮਨ ਨਾ ਵਸਾਇਆ, ਜੋ ਮਨ ਵਿੱਚ ਸੁੱਖਾਂ ਦਾ ਫਲਵਰ ਦਾਤਾ ਸੀ ਉਹਨੂੰ ਕਦੇ ਚੇਤੇ ਹੀ ਨਹੀਂ ਕੀਤਾ। ਜਿਹਨੂੰ ਚੇਤੇ ਕਰਨ ਵਾਸਤੇ ਸੰਸਾਰ ਵਿੱਚ ਆਇਆ ਸੀ, ਕਿਤਨੇ ਸਮੇਂ ਤੋਂ ਬਾਅਦ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹਦੇ ਸੰਜਰੀਆ। ਇਤਨੇ ਲੰਮੇ ਸਮੇਂ ਬਾਅਦ ਇਹ ਸਰੀਰ ਪ੍ਰਾਪਤ ਹੋਇਆ ਸੀ। ਕਿਸ ਵਾਸਤੇ? ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਕੇ, ਉਹਦੇ ਗੁਣ ਗਾ ਕੇ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਜੀਵਨ ਇਸ ਵਾਸਤੇ ਮਿਲਿਆ ਸੀ। ਪਰ ਧੰਦਾ ਕਰਦਿਆਂ ਕੈਸੇ ਧੰਦੇ? ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਖ ਦਾਰਾ ਪਹਿ ਆਨ ਲਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਇਹੋ ਜਿਹੇ ਠਗੀਆਂ ਮਾਰ ਕੇ, ਚੋਰੀਆਂ ਕਰਕੇ, ਐਸੇ ਧੰਦਿਆਂ ਕਰਦਿਆਂ ਨੂੰ ਲੱਭ ਲੋਭ ਦੇ ਵਿੱਚ ਲੱਗ ਕੇ ਇਸ ਜਨਮ ਨੂੰ ਵਿਅਰਥ ਗਵਾ ਲਿਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਹੇ ਗੁਰਸਿੱਖੋ ਜਨੋ, ਹੇ ਗੁਰਸਿੱਖ ਜਨੋ, ਇਹ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਨੇ, ਜੋ ਪਰਮੇਸ਼ਰ ਦਾ ਨਾਮ ਹੈ, ਤਿਨ ਕੋ ਮਿਲਿਆ। ਕਿਹਨਾਂ ਨੂੰ ਮਿਲਦਾ ਹੈ? ਜਿਨ ਕੋ ਧੁਰ ਲਿਖ ਪਾਇਆ। ਭਾਈ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਧੁਰੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਲਿਖ ਕੇ ਭੇਜਿਆ ਹੈ। ਕਿਉਂਕਿ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਸਿਮਰਨ ਨਹੀਂ, ਨਾਮ ਨਹੀਂ ਹੈ, ਉਹ ਜਪ ਨਹੀਂ ਸਕਦੇ, ਉਹ ਧਿਆ ਨਹੀਂ ਸਕਦੇ, ਉਹ ਗੁਰੂ ਕੋਲ ਜਾ ਨਹੀਂ ਸਕਦੇ, ਬਲਕਿ ਉਹ ਤਾਂ ਗੁਰੂ ਦੇ ਕੋਲ ਆ ਕੇ ਵੀ ਕਈ ਵਾਰੀ ਮੁੜ ਜਾਂਦੇ ਨੇ ਵਾਪਸ। ਇਹ ਬਾਤ ਭਾਗਾਂ ਦੀ ਹੈ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਤਾਵੈ। ਇਸ ਕਰਕੇ ਕਰਮਾਂ ਤੋਂ ਬਿਨਾਂ, ਭਾਗਾਂ ਤੋਂ ਬਿਨਾਂ ਇਹ ਪ੍ਰਾਪਤੀ ਨਹੀਂ ਹੁੰਦੀ ਹੈ। ਇਉਂ ਸਤਿਗੁਰੂ ਪਾਤਸ਼ਾਹ ਐਸਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹੱਲਾ ਤੀਜਾ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ। ਮਨਮੁਖ ਦੀ ਤਾਂ ਐਸੀ ਦਸ਼ਾ ਹੈ। ਘਰ ਕੀ ਹੈ ਸਾਧ ਸੰਗਤ? ਹੁਣ ਸਮਝਣ ਵਾਲੀ ਬਾਤ ਹੈ। ਘਰ ਨੌ ਹਿਰਦੇ ਦਾ ਹੈ, ਸਰੀਰ ਦਾ ਹੈ। ਜੋ ਨਾਮ ਹੈ ਪਰਮੇਸ਼ਰ ਦਾ, ਉਹ ਇਸ ਅੰਤਸ਼ਕਰਨ ਦੇ ਵਿੱਚ ਹੀ ਵਸਦਾ ਹੈ। ਨਾਮ ਕੇ ਧਾਰੇ ਸਗਲੇ ਜਨ। ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਕੋਈ ਵੀ ਜੀਵ ਨਹੀਂ ਹੈ। ਸਾਰਾ ਕੁਝ ਨਾਮ ਦੇ ਆਸਰੇ ਹੈ, ਵਾਹਿਗੁਰੂ ਦੇ ਆਸਰੇ ਹੈ। ਨਾਮ ਅਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਿ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਇਹ ਜੋ ਮਿਰਤੂ ਤੋਂ ਰਹਿਤ ਕਰਨ ਵਾਲਾ ਜੋ ਨਾਮ ਹੈ, ਮਿਰਤੂ ਤੋਂ ਪਾਪ ਜੰਮਣ ਔਰ ਮਰਨ। ਦੇਖੋ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾ। ਸਰੀਰ ਪੈਦਾ ਹੋਇਆ, ਇਹ ਸਰੀਰ ਨੇ ਤਾਂ ਨਿਸ਼ਚਿਤ ਹੈ ਇੱਕ ਦਿਨ ਜਾਣਾ, ਪਰ ਹਰ ਜਨਮ ਤੋਂ ਬਾਅਦ ਮੌਤ ਹੈ, ਹਰ ਮੌਤ ਤੋਂ ਬਾਅਦ ਇੱਕ ਜਨਮ ਹੈ।
ਅੰਮ੍ਰਿਤ ਦਾ ਭਾਵ ਹੈ ਕਿ ਜਿਹੜੀ ਵਾਰ-ਵਾਰ ਮਿਰਤੂ ਆ ਰਹੀ ਹੈ, ਉਸ ਮਿਰਤੂ ਤੋਂ ਰਹਿਤ ਕਰਕੇ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਮੈ ਪਾਏ। ਉਹ ਮੁਕਤੀ ਦਾ ਦਵਾਰ, ਬਖਸ਼ਿਸ਼ ਕਰਨ ਵਾਲਾ ਉਹ ਨਾਮ ਭਾਈ, ਉਹ ਤੇਰੇ ਹਿਰਦੇ ਵਿੱਚ ਹੀ ਹੈ, ਪਰ ਮਨਮੁਖਾਂ ਸਾਧਨਾ ਪਾਇਆ। ਮਨਮੁਖਾਂ ਨੇ ਕਦੇ ਉਹਦਾ ਰਸ ਨਹੀਂ ਪਾਇਆ ਹੈ, ਉਹਦਾ ਰਸ ਨਹੀਂ ਉਹਨਾਂ ਨੂੰ ਆਇਆ ਹੈ, ਕਿਉਂਕਿ ਉਹਨਾਂ ਨੇ ਕਦੇ ਅੰਮ੍ਰਿਤ ਕਿਵੇਂ ਅੰਦਰ ਹੈ ਭਰਪੂਰ। ਦੇਖੋ, ਜਦੋਂ ਜਪਦਾ ਹੈ, ਜਪਣ ਦੀਆਂ 4 ਸਟੇਜਾਂ ਨੇ। ਪਹਿਲੀ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ, ਦੂਸਰੀ ਸਟੇਜ ਹੈ ਰਸਨਾ ਚੁੱਪ ਕਰ ਜਾਂਦੀ ਹੈ, ਗਲੇ ਦੇ ਵਿੱਚੋਂ ਮਧਮਾ ਕਹਿੰਦੇ ਇਹਨੂੰ, ਬੈਖਰੀ ਮਧਮਾ ਪਸੰਤੀ। ਫਿਰ ਤੀਸਰਾ ਸਿਮਰਨ ਹਿਰਦੇ ਵਿੱਚ ਚਲਾ ਜਾਂਦਾ ਹੈ, ਤੇ ਚੌਥੀ ਅਵਸਥਾ ਹੈ ਜਦੋਂ ਸਾਧ ਸੰਗਤ ਪਰਾ ਬਾਣੀ ਵਿੱਚ ਚਲਾ ਗਿਆ, ਜਿਹਨੂੰ ਸਤਿਗੁਰੂ ਨੇ ਕਿਹਾ ਗੁਰਮੁਖ ਰੋਮ ਰੋਮ ਹਰਿ ਪਿਆਰਾ। ਬਾਹਰੋਂ ਤੱਕ ਕਿਤੋਂ ਨਹੀਂ ਆਇਆ, ਜਪਿਆ ਅੰਦਰੋਂ ਹੀ ਹੈ। ਰਸਨਾ ਤੋਂ ਸ਼ੁਰੂ ਕੀਤਾ ਤੇ ਰੋਮਾਂ ਤੱਕ ਪਹੁੰਚ ਗਿਆ। ਪਰ ਸਤਿਗੁਰੂ ਕਹਿੰਦੇ ਜਿਹੜੇ ਮਨਮੁਖ ਨੇ ਉਹ ਇਸ ਨਾਮ ਦੀ, ਇਸ ਮਹਾਨ ਸ਼ਕਤੀ ਦਾ ਰਸ ਨਹੀਂ ਪਾ ਸਕਦੇ, ਆਨੰਦ ਨਹੀਂ ਲੈ ਸਕਦੇ। ਜੋ ਕਸਤੂਰੀ ਮਿਰਗ ਨ ਜਾਣੇ, ਭ੍ਰਮ ਦਾ ਪਰਮ ਭੁਲਾਇਆ। ਬਿਲਕੁਲ ਹਾਲਾਤ ਜਿਹੜੇ ਨੇ ਉਸ ਮਨੁੱਖ ਦੇ ਮਿਰਗ ਦੀ ਤਰ੍ਹਾਂ ਨੇ, ਕਿਉਂਕਿ ਜਿਹੜਾ ਸੁਗੰਧੀ ਵਾਲਾ ਪਦਾਰਥ ਕਸਤੂਰੀ ਹੈ ਉਹਦੀ ਨਾਭੀ ਦੇ ਵਿੱਚ ਹੈ, ਪਰ ਮਿਰਗ ਟੱਕਰਾ ਮਾਰਦਾ ਸਾਰੇ ਜੰਗਲ ਦੇ ਵਿੱਚ ਫਿਰਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਹਾਲਤ ਵੀ ਉਹੀ ਹੈ ਕਿ ਜਿਸ ਨਾਮ ਦੀ ਖੋਜ ਵਾਸਤੇ ਕੋਈ ਪਖੰਡੀਆਂ ਦੇ, ਕੋਈ ਡੇਰੇਦਾਰਾਂ ਦੇ, ਕੋਈ ਕਿਤੇ ਤੁਰਿਆ ਫਿਰਦਾ ਹੈ, ਭਾਈ ਉਹ ਨਾਮ ਤਾਂ ਹਿਰਦੇ ਦੇ ਵਿੱਚ ਹੀ ਹੈ, ਤੇ ਉਹ ਪ੍ਰਗਟ ਗੁਰੂ ਸਾਹਿਬ ਜੀ ਨੇ ਕਰਨਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭ੍ਰਮ ਦਾ ਭਰਮ ਭੁਲਾਇਆ। ਜਿਵੇਂ ਮਿਰਗ ਇਸ ਭੁਲੇਖੇ ਦੇ ਵਿੱਚ ਭਰਮਣ ਕਰਦਾ ਹੈ, ਇਸੇ ਤਰ੍ਹਾਂ ਮਨੁੱਖ ਵੀ ਸੰਸਾਰ ਵਿੱਚ ਆ ਕੇ ਇਹ ਭਰਮਣ ਦੇ ਵਿੱਚ ਹੀ ਜੀਵਨ ਬਤੀਤ ਕਰ ਰਿਹਾ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ, ਕਰਤੈ ਆਪ ਖੁਆਇਆ। ਸਤਿਗੁਰੂ ਕਹਿੰਦੇ ਭਾਈ ਇਸ ਫਿਰ ਦਿਸ਼ਾ ਵਾਲੇ ਜੀਵ ਨੂੰ ਤਾਂ ਇਹੀ ਕਹਿ ਸਕਦੇ ਹਾਂ ਕਿ ਕਰਤੈ ਆਪ ਖੁਆਇਆ, ਕਿ ਉਸ ਵਾਹਿਗੁਰੂ ਨੇ ਆਪ ਹੀ ਖੁਆਏ, ਕਿ ਇਹ ਭੁਲਾ ਦਿੱਤਾ ਹੈ ਕਿ ਜਿਹੜਾ ਅੰਮ੍ਰਿਤ ਕਹੀਏ ਨਾਮ ਨੂੰ ਛੱਡ ਕੇ ਇਹ ਵਿਸ਼ਿਆਂ ਦੀ ਜ਼ਹਿਰ ਬਿਖ ਨੂੰ ਇਕੱਤਰ ਕਰ ਰਿਹਾ ਹੈ। ਅੰਮ੍ਰਿਤ ਨੂੰ ਛੱਡ ਦਿੱਤਾ, ਜ਼ਹਿਰ ਨੂੰ ਇਕੱਠਾ ਕਰ ਰਿਹਾ ਹੈ, ਤੇ ਇਹੋ ਜਿਹਾ ਵਪਾਰ ਕਰਨ ਵਾਲੇ ਲਈ ਸਤਿਗੁਰੂ ਕਹਿੰਦੇ ਉਹਦੀ ਦਸ਼ਾ, ਉਹਦੀ ਤਰਸਯੋਗ ਹਾਲਤ ਲਈ ਇਹ ਕਹਿਣਾ ਪਵੇਗਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਉਹਨੂੰ ਭੁਲਾ ਦਿੱਤਾ ਹੈ। ਇਸ ਕਰਕੇ ਉਹਦੀ ਐਸੀ ਦਸ਼ਾ ਹੋਈ ਵੀ ਹੈ। ਗੁਰਮੁਖ ਵਿਰਲੇ ਸੋਜੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਭਾਈ ਜਿਨ੍ਹਾਂ ਗੁਰਮੁਖ ਜਨਾਂ ਨੂੰ ਇਹ ਸੋਝੀ ਆ ਗਈ, ਜਿਨ੍ਹਾਂ ਨੇ ਮੁਖੀ ਗੁਰੂ ਦੇ ਉਪਦੇਸ਼ ਨੂੰ, ਜਿਹੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ, ਇਸ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸੋਝੀ ਪਈ ਹੈ। ਤੇ ਜਿਨ੍ਹਾਂ ਨੂੰ ਸੋਝੀ ਆ ਗਈ ਉਹਨਾਂ ਦਾ ਜੀਵਨ ਐਸਾ ਮਹਾਨ ਹੋ ਜਾਂਦਾ। ਇੱਕ ਵਾਰੀ ਫਿਰ ਪੜਿਓ ਜੀ ਇਸੇ ਪੰਕਤੀ ਨੂੰ। ਗੁਰਮੁਖ ਵਿਰਲੇ ਸੋਜੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਜਿਹੜੇ ਵਿਰਲੇ ਗੁਰਮੁਖਾਂ ਨੂੰ ਇਹ ਸੋਝੀ ਪਈ ਹੈ ਭਾਈ, ਉਹਨਾਂ ਨੂੰ ਅੰਦਰੋਂ ਹੀ ਬ੍ਰਹਮ ਦਾ ਗਿਆਨ ਕਰਵਾ ਦਿੱਤਾ ਹੈ, ਔਰ ਉਹਨਾਂ ਨੂੰ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਸਾਰੇ ਹੀ ਬ੍ਰਹਮ ਦਾ ਪਸਾਰਾ ਦਿਸ ਰਿਹਾ ਹੈ। ਉਹਨਾਂ ਨੂੰ ਨਾ ਕੋਈ ਵੈਰੀ ਦਿਸ ਰਿਹਾ ਹੈ, ਨਾ ਕੋਈ ਮਿੱਤਰ ਦਿਸ ਰਿਹਾ ਹੈ, ਨਾ ਉਹਨਾਂ ਦੇ ਜੀਵਨ ਵਿੱਚ ਕਿਸੇ ਦੀ ਉਸਤਤ ਹੈ, ਨਾ ਨਿੰਦਿਆ ਹੈ। ਇਸ ਕਰਕੇ ਨਾ ਉਹਨਾਂ ਲਈ ਭੁੱਖ ਹੈ, ਨਾ ਪਿਆਸ ਹੈ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚੋਂ ਹੀ ਬ੍ਰਹਮ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕਰ ਦਿੱਤਾ ਹੈ, ਗੁਰੂ ਸਾਹਿਬ ਜੀ ਨੇ। ਤਨ ਮਨ ਸੀਤਲ ਹੋਇਆ, ਰਸਨਾ ਹਰਿ ਸਾਧ ਆਇਆ। ਉਹਨਾਂ ਦਾ ਤਨ ਵੀ ਔਰ ਉਹਨਾਂ ਦਾ ਮਨ ਵੀ ਸੀਤਲ ਹੋ ਗਿਆ ਨਾਮ ਦੀ ਸ਼ਕਤੀ ਦੇ ਨਾਲ, ਔਰ ਉਹਨਾਂ ਦੀ ਰਸਨਾ ਦੇ ਉੱਤੇ ਹਮੇਸ਼ਾ ਹੀ ਨਾਮ ਦਾ ਸਾਧਕੀ ਸਵਾਦ ਹੈ। ਕਿਉਂਕਿ ਇਸੇ ਤਰ੍ਹਾਂ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚਹੁ ਕੁੰਟਕਾ ਘੜੀ ਨ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਇਉਂ ਭਾਈ ਤਨ ਮਨ ਜਿਹੜਾ ਹੈ ਉਹ ਸੀਤਲ ਹੋ ਜਾਂਦਾ ਹੈ ਹਰੀ ਵਾਹਿਗੁਰੂ ਦੇ ਸਿਮਰਨ ਦੇ ਨਾਲ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਭਾਈ ਗੁਰੂ ਦੇ ਸ਼ਬਦ ਦੁਆਰਾ ਹੀ ਜਿਹੜਾ ਸਿਮਰਨ ਹੈ ਉਹ ਹਿਰਦੇ ਦੇ ਵਿੱਚ ਪੈਦਾ ਹੁੰਦਾ ਹੈ। ਗੁਰਬਾਣੀ ਹੀ ਗੁਰੂ ਦਾ ਸ਼ਬਦ ਹੈ।
ਗੁਰੂ ਦੇ ਸ਼ਬਦ ਦੁਆਰਾ, ਸ਼ਬਦ ਦੀ ਸ਼ਕਤੀ ਦੁਆਰਾ ਹਿਰਦੇ ਦੇ ਵਿੱਚੋਂ ਸਿਮਰਨ ਕੀ ਇਹ ਨਾਉ ਕੀ ਇਹ ਪ੍ਰਗਟ ਹੁੰਦਾ ਹੈ, ਔਰ ਸ਼ਬਦ ਦੁਆਰਾ ਹੀ ਉਸ ਪਰਮਾਤਮਾ ਦੇ ਨਾਲ ਇਸ ਸਰੂਪ ਦੀ ਸਖਿਆਤਾ ਹੁੰਦੀ ਹੈ। ਭਾਵ ਜੀਵਨ ਮੁਕਤੀ ਜਿਤਨੇ ਵੀ ਇਹ ਨਾਉ ਹਨ ਵਾਹਿਗੁਰੂ ਪ੍ਰਾਪਤੀ ਦੇ, ਇਹ ਸਾਰੇ ਹੀ ਸ਼ਬਦ ਦੁਆਰਾ ਪ੍ਰਾਪਤ ਹੁੰਦੇ ਨੇ। ਸ਼ਬਦ ਦੁਆਰਾ ਹੀ ਸਿਮਰਨ ਹਿਰਦੇ ਵਿੱਚ। ਸ਼ਬਦ ਕੀ ਹੈ? ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਇੱਕ ਇੱਕ ਅੱਖਰ ਸ਼ਬਦ ਹੈ, ਇੱਕ ਇੱਕ ਅੱਖਰ ਵਿੱਚ ਨਾਮ ਹੈ। ਇਹ ਸ਼ਬਦ ਨੇ ਹੀ ਹਿਰਦੇ ਦੇ ਵਿੱਚ ਜਾ ਕੇ ਜਦੋਂ ਵਾਸਾ ਕਰਨਾ ਹੈ, ਔਰ ਇੱਥੋਂ ਹੀ ਹਿਰਦੇ ਦੇ ਵਿੱਚੋਂ ਹੀ ਪਰਮਾਤਮਾ ਦਾ ਸੁਮੇਲ ਹੋਣਾ ਹੈ। ਬਿਨ ਸ਼ਬਦ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ। ਭਾਈ ਸ਼ਬਦ ਤੋਂ ਬਿਨਾਂ ਤਾਂ ਸਾਰਾ ਸੰਸਾਰ ਬੌਰਾ ਹੈ, ਚੱਲਾ ਹੈ। ਔਰ ਸ਼ਬਦ ਤੋਂ ਬਿਨਾਂ ਜਿਹੜਾ ਜਨਮ ਹੈ ਇਹ ਬਿਰਥਾ ਕੀ, ਇਹ ਵਿਅਰਥ ਗਵਾ ਲਿਆ, ਕਿਸੇ ਅਰਥ ਨਹੀਂ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਸਫਲਾ ਭਾਈ ਉਹਨਾਂ ਦਾ ਹੀ ਹੈ ਜਿਨ੍ਹਾਂ ਦੇ ਕੋਲ ਸ਼ਬਦ ਹੈ, ਜਿਨ੍ਹਾਂ ਕੋਲ ਸਿਮਰਨ ਹੈ, ਜਿਨ੍ਹਾਂ ਕੋਲ ਗੁਰੂ ਦਾ ਉਪਦੇਸ਼ ਹੈ, ਸਤ ਸੰਗਤ ਹੈ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਭਾਈ ਜਿਹੜਾ ਨਾਮ ਹੈ, ਸ਼ਬਦ ਹੈ, ਉਹ ਅੰਮ੍ਰਿਤ ਕੀ ਇੱਕੋ ਹੀ ਹੈ। ਇੱਥੇ ਸਾਧ ਸੰਗਤ ਅੰਮ੍ਰਿਤ ਨਾਮ ਦਾ ਹੈ। ਭਾਵ ਕੀ ਹੈ? ਸਤਿਗੁਰੂ ਕਹਿੰਦੇ ਅੰਮ੍ਰਿਤ ਏਕੋ ਸ਼ਬਦ ਹੈ। ਗੁਰੂ ਸਾਹਿਬ ਜੀ ਦਾ ਸ਼ਬਦ ਔਰ ਨਾਮ ਦੇ ਵਿੱਚ ਕੋਈ ਫਰਕ ਨਹੀਂ, ਇਹ ਇੱਕੋ ਹੈ। ਇਸ ਕਰਕੇ ਮਤਾਂ ਕਦੇ ਐਸੇ ਭੁਲੇਖੇ ਵਿੱਚ ਰਹਿ ਜਾਣਾ ਕਿ ਗੁਰਬਾਣੀ ਅਤੇ ਸਿਮਰਨ ਦੇ ਵਿੱਚ ਫਰਕ ਹੈ। ਕੋਈ ਗੁਰਬਾਣੀ ਪੜ੍ਹ ਲਵੇ, ਕੋਈ ਸਿਮਰਨ ਕਰ ਲਵੇ, ਦੋਨੇ ਹੀ ਸਾਧਨ ਇਸ ਜੀਵਨ ਦੇ ਤਾਰਕ ਹਨ। ਇਸ ਕਰਕੇ ਇਉਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਹ ਬਖਸ਼ਿਸ਼ ਕਰ ਰਹੇ ਹਨ ਕਿ ਜੋ ਅੰਮ੍ਰਿਤ ਏਕੋ ਸ਼ਬਦ ਹੈ, ਇਹ ਸ਼ਬਦ ਹੀ ਅੰਮ੍ਰਿਤ ਹੈ, ਸ਼ਬਦ ਹੀ ਨਾਮ ਹੈ। ਇੱਕ ਵਾਰੀ ਫਿਰ ਇਸ ਤੁਕ ਨੂੰ ਪੜ੍ਹ ਦਿਓ ਜੀ, ਸਮਾਂ ਸਮਾਪਤ ਹੈ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਹਾਂ, ਇਹ ਸ਼ਬਦ ਜੋ ਹੈ ਭਾਈ, ਇਹਨਾਂ ਨੂੰ ਗੁਰਮੁਖ ਜਨਾਂ ਨੇ ਪਾਉਣਾ ਕੀਤਾ ਹੈ, ਅਥਵਾ ਇਹ ਸ਼ਬਦ ਅਤੇ ਅੰਮ੍ਰਿਤ ਰੂਪੀ ਨਾਮ ਮੁਖੀ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ। ਇਸ ਕਰਕੇ ਜਦੋਂ ਜਦੋਂ ਵੀ ਕੋਈ ਅਧੂਰੇ ਨਾਲ ਜੁੜਿਆ, ਅਧੂਰੇ ਨੇ ਅਧੂਰਾ ਹੀ ਸਭ ਕੁਝ ਦਿੱਤਾ। ਇਸ ਕਰਕੇ ਜਦੋਂ ਕੋਈ ਪੂਰੇ ਨਾਲ ਜੁੜਿਆ, ਪੂਰੇ ਗੁਰੂ ਤੋਂ ਸਭ ਕੁਝ ਪ੍ਰਾਪਤ ਹੋਇਆ। ਪੂਰੇ ਗੁਰ ਕਾ ਸੁਨ ਉਪਦੇਸ਼। ਸਤਿਗੁਰੂ ਨੇ ਸਾਨੂੰ ਇਹ ਬਖਸ਼ਿਸ਼ਾਂ ਕੀਤੀਆਂ। ਇੱਥੇ ਸ਼ਬਦ ਦੀ ਸਮਾਪਤੀ ਹੈ। ਬੋਲਦਿਆਂ, ਵਿਚਾਰ ਕਰਦਿਆਂ, ਅਰਥ ਕਰਦਿਆਂ ਕੋਈ ਅਖਰਵਾਦ ਕਾਟ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਇੱਥੇ ਸ਼ਬਦ ਦੀ ਔਰ ਸਮੇਂ ਦੀ ਸਮਾਪਤੀ ਹੈ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।